ਓਮ ਸ਼ਾਂਤੀ। ਅੱਜ ਸੁਣਦੇ ਹਾਂ 26 ਦਸੰਬਰ ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਜੀ, ਬਾਬਾ ਆਏ ਨੇ ਤੁਹਾਨੂੰ ਬੇਹੱਦ ਦੀ ਜਾਗੀਰ ਦੇਣ। ਅਜਿਹੇ ਮਿੱਠੇ ਬਾਬਾ ਨੂੰ ਤੁਸੀਂ ਪਿਆਰ ਨਾਲ ਯਾਦ ਕਰੋ ਤਾਂ ਪਾਵਨ ਬਣ ਜਾਓਗੇ। ਪ੍ਰਸ਼ਨ ਹੈ, ਵਿਨਾਸ਼ ਦਾ ਸਮਾਂ ਜਿੰਨਾ ਨੇੜੇ ਆਉਂਦਾ ਜਾਵੇਗਾ ਉਸ ਦੀ ਨਿਸ਼ਾਨੀਆਂ ਕੀ ਹੋਣਗੀਆਂ? ਉੱਤਰ, ਵਿਨਾਸ਼ ਦਾ ਸਮਾਂ ਨੇੜੇ ਹੋਵੇਗਾ। ਪਹਿਲੀ ਨਿਸ਼ਾਨੀ, ਸਭ ਨੂੰ ਪਤਾ ਪੈਂਦਾ ਜਾਏਗਾ ਕਿ ਸਾਡਾ ਬਾਬਾ, ਸਾਡਾ ਪਿਤਾ ਆਇਆ ਹੋਇਆ ਹੈ। ਦੂਜਾ, ਹੁਣ ਨਵੀਂ ਦੁਨੀਆ ਦੀ ਸਥਾਪਨਾ, ਪੁਰਾਣੀ ਦੁਨੀਆ ਦਾ ਵਿਨਾਸ਼ ਹੋਣਾ ਹੈ। ਬੋਤਿਆਂ ਨੂੰ ਸਾਖਸ਼ਾਤਕਾਰ ਵੀ ਹੋਣਗੇ। ਤੀਜਾ, ਸੰਨਿਆਸੀ ਰਾਜਾਵਾਂ ਆਦਿ ਨੂੰ ਗਿਆਨ ਮਿਲੇਗਾ। ਚੌਥਾ, ਜਦੋਂ ਸੁਣਨਗੇ ਬੇਹੱਦ ਦਾ ਬਾਪ ਆਇਆ ਹੈ, ਉਹੀ ਸਦਗਤੀ ਦੇਣ ਵਾਲਾ ਹੈ, ਤਾਂ ਬਹੁਤ ਆਉਣਗੇ। ਪੰਜਵਾਂ, ਅਖਬਾਰਾਂ ਦੁਆਰਾ ਕਈਆਂ ਨੂੰ ਸੁਨੇਹਾ ਮਿਲੇਗਾ। ਛੇਵਾਂ, ਤੁਸੀਂ ਬੱਚੇ ਆਤਮ ਅਭਿਮਾਨੀ ਬਣਦੇ ਜਾਓਗੇ। ਇੱਕ ਬਾਪ ਦੀ ਯਾਦ ਵਿੱਚ, ਅਤਿ ਇੰਦਰੀਏ ਸੁਖ ਵਿੱਚ ਰਹੋਗੇ। ਗੀਤ ਹੈ, ਇਸ ਪਾਪ ਦੀ ਦੁਨੀਆ ਤੋਂ ਕਿਤੇ ਦੂਰ ਲੈ ਚੱਲ। ਓਮ ਸ਼ਾਂਤੀ। ਇਹ ਕੌਣ ਕਹਿੰਦੇ ਨੇ? ਕਿਸ ਨੂੰ ਕਹਿੰਦੇ ਨੇ? ਰੂਹਾਨੀ ਬੱਚੇ। ਬਾਬਾ ਘੜੀ ਘੜੀ ਰੂਹਾਨੀ ਕਿਉਂ ਕਹਿੰਦੇ ਨੇ? ਕਿਉਂਕਿ ਹੁਣ ਆਤਮਾਵਾਂ ਨੂੰ ਜਾਣਾ ਹੈ। ਫਿਰ ਜਦੋਂ ਇਸ ਦੁਨੀਆ ਵਿੱਚ ਆਓਗੇ ਤਾਂ ਸੁੱਖ ਹੋਏਗਾ। ਆਤਮਾਵਾਂ ਨੇ ਇਹ ਸ਼ਾਂਤੀ ਤੇ ਸੁੱਖ ਦਾ ਵਰਸਾ ਕਲਪ ਪਹਿਲੇ ਵੀ ਪਾਇਆ ਸੀ। ਹੁਣ ਫਿਰ ਇਹ ਵਰਸਾ ਰਿਪੀਟ ਹੋ ਰਿਹਾ ਹੈ। ਰਿਪੀਟ ਹੋਵੇ ਤਾਂ ਸ੍ਰਿਸ਼ਟੀ ਦਾ ਚੱਕਰ ਵੀ ਫਿਰ ਤੋਂ ਰਿਪੀਟ ਹੋਵੇ। ਰਿਪੀਟ ਤਾਂ ਸਭ ਹੁੰਦਾ ਹੈ ਨਾ। ਜੋ ਕੁਝ ਪਾਸਟ ਹੋਇਆ ਸੋ ਰਿਪੀਟ ਹੋਵੇਗਾ। ਉਵੇਂ ਤਾਂ ਨਾਟਕ ਵੀ ਰਿਪੀਟ ਹੁੰਦੇ ਨੇ, ਪਰ ਉਸ ਵਿੱਚ ਚੇਂਜ ਵੀ ਕਰ ਸਕਦੇ ਹਾਂ। ਕੋਈ ਅੱਖਰ ਭੁੱਲ ਜਾਂਦੇ ਨੇ ਤਾਂ ਬਣਾ ਕੇ ਪਾ ਦਿੰਦੇ ਨੇ। ਇਸ ਨੂੰ ਫਿਰ ਬਾਇਸਕੋਪ ਕਿਹਾ ਜਾਂਦਾ ਹੈ। ਇਸ ਵਿੱਚ ਚੇਂਜ ਨਹੀਂ ਹੋ ਸਕਦੀ। ਇਹ ਅਨਾਦਿ ਬਣਾ ਬਣਾਇਆ ਨਾਟਕ ਹੈ। ਉਸ ਨਾਟਕ ਨੂੰ ਬਣਿਆ ਬਣਾਇਆ ਨਹੀਂ ਕਹਾਂਗੇ। ਇਸ ਡਰਾਮਾ ਨੂੰ ਸਮਝਣ ਨਾਲ ਫਿਰ ਉਹਨਾਂ ਦੇ ਲਈ ਵੀ ਸਮਝ ਵਿੱਚ ਆ ਜਾਂਦਾ ਹੈ। ਬੱਚੇ ਸਮਝਦੇ ਨੇ ਜੋ ਨਾਟਕ ਆਦਿ ਹੁਣ ਵੇਖਦੇ ਹਾਂ ਉਹ ਸਭ ਨੇ ਝੂਠ। ਕਲਯੁਗ ਵਿੱਚ ਜੋ ਚੀਜ਼ ਵੇਖੀ ਜਾਂਦੀ ਹੈ ਉਹ ਸਤਯੁਗ ਵਿੱਚ ਹੋਵੇਗੀ ਨਹੀਂ। ਸਤਯੁਗ ਵਿੱਚ ਜੋ ਹੋਇਆ ਸੋ ਫਿਰ ਸਤਯੁਗ ਵਿੱਚ ਹੀ ਹੋਵੇਗਾ। ਇਹ ਹੱਦ ਦੇ ਨਾਟਕ ਆਦਿ ਫਿਰ ਵੀ ਭਗਤੀ ਮਾਰਗ ਵਿੱਚ ਹੋਣਗੇ। ਜੋ ਚੀਜ਼ ਭਗਤੀ ਮਾਰਗ ਵਿੱਚ ਹੁੰਦੀ ਹੈ ਉਹ ਮਾਰਗ, ਗਿਆਨ ਮਾਰਗ ਮਤਲਬ ਸਤਯੁਗ ਵਿੱਚ ਨਹੀਂ ਹੁੰਦੀ। ਹੁਣ ਬੇਹੱਦ ਦੇ ਬਾਪ ਤੋਂ ਤੁਸੀਂ ਵਰਸਾ ਪਾ ਰਹੇ ਹੋ। ਬਾਬਾ ਨੇ ਸਮਝਾਇਆ, ਇੱਕ ਲੌਕਿਕ ਬਾਪ ਤੋਂ ਦੂਜਾ ਪਾਰਲੌਕਿਕ ਬਾਪ ਤੋਂ ਵਰਸਾ ਮਿਲਦਾ ਹੈ। ਬਾਕੀ ਜੋ ਅਲੌਕਿਕ ਬਾਪ ਨੇ ਉਹਨਾਂ ਤੋਂ ਵਰਸਾ ਨਹੀਂ ਮਿਲਦਾ। ਇਹ ਖੁਦ ਉਹਨਾਂ ਤੋਂ ਵਰਸਾ ਪਾਉਂਦੇ ਨੇ। ਇਹ ਜੋ ਨਵੀਂ ਦੁਨੀਆ ਦੀ ਪ੍ਰਾਪਰਟੀ ਹੈ ਉਹ ਬੇਹੱਦ ਦਾ ਬਾਪ ਹੀ ਦਿੰਦੇ ਨੇ, ਸਿਰਫ ਇਹਨਾਂ ਦੇ ਦੁਆਰਾ, ਯਾਨੀ ਬ੍ਰਹਮਾ ਦੇ ਦੁਆਰਾ। ਇਹਨਾਂ ਦੁਆਰਾ ਅਡੋਪਟ ਕਰਦੇ ਨੇ, ਇਸ ਲਈ ਇਹਨਾਂ ਨੂੰ ਬਾਪ ਕਹਿੰਦੇ ਨੇ। ਭਗਤੀ ਮਾਰਗ ਵਿੱਚ ਲੌਕਿਕ ਪਾਰਲੌਕਿਕ ਦੋਨੋਂ ਯਾਦ ਆਉਂਦੇ ਨੇ। ਇਹ ਅਲੌਕਿਕ ਯਾਦ ਨਹੀਂ ਆਉਂਦਾ ਕਿਉਂਕਿ ਇਹਨਾਂ ਤੋਂ ਕੋਈ ਵਰਸਾ ਨਹੀਂ ਮਿਲਦਾ। ਬਾਪ ਅੱਖਰ ਤਾਂ ਬਰੋਬਰ ਹੈ, ਪਰ ਇਹ ਬ੍ਰਹਮਾ ਵੀ ਰਚਨਾ ਹੈ ਨਾ। ਰਚਨਾ ਨੂੰ ਰਚਨਾ ਤੋਂ ਵਰਸਾ ਮਿਲਦਾ ਹੈ। ਐਵੇਂ ਨਹੀਂ ਹੁੰਦਾ। ਰਚਨਾ ਨੂੰ ਰਚਤਾ ਤੋਂ ਵਰਸਾ ਮਿਲਦਾ ਹੈ। ਤੁਹਾਨੂੰ ਵੀ ਸ਼ਿਵ ਬਾਬਾ ਨੇ ਕ੍ਰੀਏਟ ਕੀਤਾ, ਬ੍ਰਹਮਾ ਨੇ ਵੀ ਉਸ ਨੂੰ ਕ੍ਰੀਏਟ ਕੀਤਾ। ਉਹ ਹੈ ਬੇਹੱਦ ਦਾ ਬਾਪ। ਬ੍ਰਹਮਾ ਦੇ ਕੋਲ ਬੇਹੱਦ ਦਾ ਵਰਸਾ ਹੈ ਕਿ ਬਾਪ ਇਹਨਾਂ ਦੁਆਰਾ ਬੈਠ ਸਮਝਾਉਂਦੇ ਨੇ। ਇਹਨਾਂ ਨੂੰ ਵੀ ਵਰਸਾ ਮਿਲਦਾ ਹੈ ਬੇਹੱਦ ਦੇ ਬਾਪ ਤੋਂ। ਇਹ ਨਹੀਂ ਕਿ ਵਰਸਾ ਲੈ ਕੇ ਤੁਹਾਨੂੰ ਦਿੰਦੇ ਨੇ। ਬਾਪ ਕਹਿੰਦੇ ਨੇ ਤੁਸੀਂ ਇਹਨਾਂ ਨੂੰ ਯਾਦ ਨਾ ਕਰੋ। ਇਹ ਬੇਹੱਦ ਦੇ ਬਾਪ ਤੋਂ ਤੁਹਾਨੂੰ ਪ੍ਰਾਪਰਟੀ ਮਿਲਦੀ ਹੈ। ਲੌਕਿਕ ਬਾਪ ਤੋਂ ਹੱਦ ਦਾ, ਪਾਰਲੌਕਿਕ ਬਾਪ ਤੋਂ ਬੇਹੱਦ ਦਾ ਵਰਸਾ ਦੋਨੋਂ ਰਿਜ਼ਰਵ ਹੋ ਗਏ। ਸ਼ਿਵ ਬਾਬਾ ਤੋਂ ਵਰਸਾ ਮਿਲਦਾ ਹੈ, ਬੁੱਧੀ ਵਿੱਚ ਆਉਂਦਾ ਹੈ। ਬਾਕੀ ਬ੍ਰਹਮਾ ਦਾ ਵਰਸਾ ਕੀ ਕਹਾਂਗੇ, ਬੁੱਧੀ ਵਿੱਚ ਜਾਗੀਰ ਆਂਦੀ ਹੈ ਨਾ। ਇਹ ਬੇਹੱਦ ਦੀ ਬਾਦਸ਼ਾਹੀ ਤੁਹਾਨੂੰ ਉਹਨਾਂ ਤੋਂ ਮਿਲਦੀ ਹੈ। ਉਹ ਹੈ ਵੱਡਾ ਬਾਬਾ। ਇਹ ਤਾਂ ਕਹਿੰਦੇ ਨੇ ਮੈਨੂੰ ਯਾਦ ਨਾ ਕਰੋ, ਮੇਰੇ ਕੋਲ ਕੋਈ ਪ੍ਰਾਪਰਟੀ ਨਹੀਂ ਹੈ ਜੋ ਤੁਹਾਨੂੰ ਮਿਲੇਗੀ। ਜਿਸ ਤੋਂ ਪ੍ਰਾਪਰਟੀ ਮਿਲਣੀ ਹੈ, ਵਰਸਾ ਮਿਲਣਾ ਹੈ, ਉਸ ਬਾਪ ਨੂੰ ਯਾਦ ਕਰੋ। ਉਹੀ ਕਹਿੰਦੇ ਨੇ ਮਮ ਏਕਮ ਯਾਦ ਕਰੋ। ਲੌਕਿਕ ਬਾਪ ਦੀ ਪ੍ਰਾਪਰਟੀ ਤੇ ਕਿੰਨਾ ਝਗੜਾ ਚੱਲਦਾ ਹੈ। ਇੱਥੇ ਝਗੜੇ ਦੀ ਗੱਲ ਨਹੀਂ। ਬਾਪ ਨੂੰ ਯਾਦ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਬੇਹੱਦ ਦਾ ਵਰਸਾ ਵੀ ਨਹੀਂ ਮਿਲੇਗਾ। ਬਾਪ ਕਹਿੰਦੇ ਨੇ
ਬੱਚੇ ਆਪਣੇ ਆਪ ਨੂੰ ਆਤਮਾ ਸਮਝੋ। ਇਸ ਰੱਥ ਨੂੰ ਵੀ ਕਹਿੰਦੇ ਨੇ, ਤੁਸੀਂ ਵੀ ਆਤਮਾ ਸਮਝ ਮੈਨੂੰ ਯਾਦ ਕਰੋ ਤਾਂ ਵਿਸ਼ਵ ਦੀ ਬਾਦਸ਼ਾਹੀ ਮਿਲੇਗੀ। ਇਸ ਨੂੰ ਕਿਹਾ ਜਾਂਦਾ ਹੈ ਯਾਦ ਦੀ ਯਾਤਰਾ। ਦੇ ਸਭ ਸੰਬੰਧ ਛੱਡ ਆਪਣੇ ਆਪ ਨੂੰ ਅਸ਼ਰੀਰੀ ਆਤਮਾ ਸਮਝਣਾ ਹੈ। ਇਸ ਵਿੱਚ ਮਿਹਨਤ ਹੈ। ਪੜ੍ਹਾਈ ਦੇ ਲਈ ਕੋਈ ਤਾਂ ਮਿਹਨਤ ਚਾਹੀਦੀ ਹੈ ਨਾ। ਇਸ ਯਾਦ ਦੀ ਯਾਤਰਾ ਨਾਲ ਤੁਸੀਂ ਪਤਿਤ ਤੋਂ ਪਾਵਨ ਬਣਦੇ ਹੋ। ਉਹ ਯਾਤਰਾ ਕਰਦੇ ਨੇ ਸਰੀਰ ਨਾਲ। ਇੱਥੇ ਤਾਂ ਹੈ ਆਤਮਾ ਦੀ ਯਾਤਰਾ। ਇਹ ਤੁਹਾਡੀ ਯਾਤਰਾ ਹੈ ਪਰਮਧਾਮ ਜਾਣ ਦੇ ਲਈ। ਪਰਮਧਾਮ ਜਾਂ ਮੁਕਤੀ ਧਾਮ ਕੋਈ ਜਾ ਨਹੀਂ ਸਕਦੇ ਸਿਵਾਏ ਇਸ ਪੁਰਸ਼ਾਰਥ ਦੇ। ਜੋ ਚੰਗੀ ਰੀਤੀ ਯਾਦ ਕਰਦੇ ਨੇ ਉਹੀ ਜਾ ਸਕਦੇ ਨੇ, ਫਿਰ ਉਹੀ ਉੱਚ ਪਦਵੀ ਪਾ ਸਕਦੇ ਨੇ। ਜਾਣਗੇ ਤਾਂ ਸਭ, ਪਰ ਉਹ ਤਾਂ ਪਤਿਤ ਨੇ, ਇਸ ਲਈ ਪੁਕਾਰਦੇ ਨੇ। ਆਤਮਾ ਯਾਦ ਕਰਦੀ ਹੈ, ਖਾਂਦੀ ਪੀਂਦੀ ਸਭ ਕੁਝ ਆਤਮਾ ਕਰਦੀ ਹੈ ਨਾ। ਇਸ ਸਮੇਂ ਤੁਹਾਨੂੰ ਦੇਹੀ ਅਭਿਮਾਨੀ ਬਣਨਾ ਹੈ। ਇਸ ਵਿੱਚ ਹੀ ਮਿਹਨਤ ਹੈ। ਬਿਗਰ ਮਿਹਨਤ ਕੁਝ ਨਹੀਂ ਮਿਲਦਾ ਹੈ। ਬਹੁਤ ਸਹਿਜ, ਪਰ ਮਾਇਆ ਦਾ ਓਪੋਜੀਸ਼ਨ ਬਹੁਤ ਹੁੰਦਾ ਹੈ। ਇਹਦੀ ਤਕਦੀਰ ਚੰਗੀ ਹੈ ਤਾਂ ਝੱਟ ਇਸ ਵਿੱਚ ਲੱਗ ਜਾਂਦੇ ਨੇ। ਕੋਈ ਦੇਰੀ ਨਾਲ ਵੀ ਆਉਣਗੇ। ਜੇਕਰ ਬੁੱਧੀ ਵਿੱਚ ਠੀਕ ਰੀਤੀ ਬੈਠ ਗਿਆ ਤਾਂ ਕਹਿਣਗੇ ਬਸ ਮੈਂ ਇਸ ਰੂਹਾਨੀ ਯਾਤਰਾ ਵਿੱਚ ਲੱਗ ਜਾਂਦਾ ਹਾਂ। ਐਵੇਂ ਤੇਜ਼ ਰਫ਼ਤਾਰ ਨਾਲ ਲੱਗ ਜਾਣ ਤਾਂ ਚੰਗੀ ਦੌੜੀ ਪਾ ਸਕਦੇ ਨੇ। ਘਰ ਵਿੱਚ ਰਹਿੰਦੇ ਵੀ ਬੁੱਧੀ ਵਿੱਚ ਆ ਜਾਏਗਾ ਇਹ ਤਾਂ ਬਹੁਤ ਚੰਗੀ ਰਾਈਟ ਗੱਲ ਹੈ। ਮੈਂ ਆਪਣੇ ਆਪ ਨੂੰ ਆਤਮਾ ਸਮਝ ਪਤਿਤ ਪਾਵਨ ਬਾਪ ਨੂੰ ਯਾਦ ਕਰਦਾ ਹਾਂ। ਬਾਪ ਦੇ ਫਰਮਾਨ ਤੇ ਚੱਲਣ ਤੇ ਅਸੀਂ ਪਾਵਨ ਬਣ ਸਕਦੇ ਹਾਂ। ਬਣਨਗੇ ਵੀ ਜ਼ਰੂਰ। ਪੁਰਸ਼ਾਰਥ ਦੀ ਸਾਰੀ ਗੱਲ ਹੈ ਬਹੁਤ ਸਹਿਜ। ਭਗਤੀ ਮਾਰਗ ਵਿੱਚ ਤਾਂ ਬਹੁਤ ਡਿਫਿਕਲਟੀ ਹੁੰਦੀ ਹੈ। ਇੱਥੇ ਤੁਹਾਡੀ ਬੁੱਧੀ ਵਿੱਚ ਹੈ। ਹੁਣ ਸਾਨੂੰ ਵਾਪਿਸ ਘਰ ਜਾਣਾ ਹੈ ਬਾਬਾ ਦੇ ਕੋਲ। ਫਿਰ ਇੱਥੇ ਆ ਕੇ ਵਿਸ਼ਨੂੰ ਦੀ ਮਾਲਾ ਵਿੱਚ ਪਿਰੋਣਾ ਹੈ। ਮਾਲਾ ਦਾ ਹਿਸਾਬ ਕਰੀਏ। ਮਾਲਾ ਤਾਂ ਬ੍ਰਹਮਾ ਦੀ ਵੀ ਹੈ, ਵਿਸ਼ਨੂੰ ਦੀ ਵੀ ਹੈ, ਰੁਦਰ ਦੀ ਵੀ ਹੈ। ਪਹਿਲੇ ਨਵੀਂ ਸ੍ਰਿਸ਼ਟੀ ਤੇ ਇਹੀ ਨੇ ਨਾ। ਬਾਕੀ ਸਭ ਪਿੱਛੇ ਆਂਦੇ ਨੇ। ਗੋਇਆ ਪਿਛਾੜੀ ਵਿੱਚ ਪਿਰੋਂਦੇ ਨੇ। ਕਹਿਣਗੇ ਤੁਹਾਡਾ ਉੱਚ ਕੁਲ ਕੀ ਹੈ? ਤੁਸੀਂ ਕਹੋਗੇ ਵਿਸ਼ਨੂੰ ਕੁਲ। ਅਸੀਂ ਅਸਲ ਵਿਸ਼ਨੂੰ ਕੁਲ ਦੇ ਸੀ, ਫਿਰ ਸ਼ਤਰੀਆ ਕੁਲ ਦੇ ਬਣੇ, ਫਿਰ ਉਹਨਾਂ ਤੋਂ ਬਿਰਾਦਰੀਆਂ ਨਿਕਲਦੀਆਂ ਗਈਆਂ। ਇਹ ਨੌਲੇਜ ਤੁਸੀਂ ਸਮਝਦੇ ਹੋ ਬਿਰਾਦਰੀਆਂ ਕਿਵੇਂ ਬਣਦੀਆਂ ਨੇ। ਪਹਿਲੇ ਤਾਂ ਰੁਦਰ ਦੀ ਮਾਲਾ ਬਣਦੀ ਹੈ। ਉੱਚੇ ਤੇ ਉੱਚੀ ਬਿਰਾਦਰੀ ਹੈ। ਬਾਬਾ ਨੇ ਸਮਝਾਇਆ ਇਹ ਤੁਹਾਡਾ ਬਹੁਤ ਉੱਚਾ ਕੁਲ ਹੈ। ਇਹ ਵੀ ਸਮਝਦੇ ਨੇ ਸਾਰੀ ਦੁਨੀਆ ਨੂੰ ਪੈਗਾਮ ਜ਼ਰੂਰ ਮਿਲੇਗਾ। ਜਿਵੇਂ ਕਈ ਕਹਿੰਦੇ ਨੇ ਭਗਵਾਨ ਜ਼ਰੂਰ ਕਿਧਰੇ ਆਇਆ ਹੋਇਆ ਹੈ, ਪਰ ਪਤਾ ਨਹੀਂ ਹੁੰਦਾ। ਆਖਿਰ ਪਤਾ ਤਾਂ ਲੱਗੇਗਾ ਸਭ ਨੂੰ। ਅਖਬਾਰਾਂ ਵਿੱਚ ਪੈਂਦਾ ਜਾਏਗਾ। ਹੁਣ ਤਾਂ ਥੋੜਾ ਪਾਉਂਦੇ ਨੇ, ਐਵੇਂ ਨਹੀਂ ਇੱਕ ਅਖਬਾਰ ਸਭ ਪੜ੍ਹਦੇ ਨੇ। ਲਾਇਬ੍ਰੇਰੀ ਵਿੱਚ ਪੜ੍ਹ ਸਕਦੇ ਨੇ। ਕੋਈ 2-4 ਅਖਬਾਰ ਵੀ ਪੜ੍ਹਦੇ ਨੇ, ਕਈ ਤਾਂ ਬਿਲਕੁਲ ਨਹੀਂ ਪੜ੍ਹਦੇ। ਇਹ ਸਭ ਨੂੰ ਪਤਾ ਪੈਂਦਾ ਹੈ ਬਾਬਾ ਆਇਆ ਹੋਇਆ ਹੈ। ਵਿਨਾਸ਼ ਦਾ ਸਮੇਂ ਨੇੜੇ ਹੋਵੇਗਾ ਤਾਂ ਪਤਾ ਪਵੇਗਾ। ਨਵੀਂ ਦੁਨੀਆ ਦੀ ਸਥਾਪਨਾ, ਪੁਰਾਣੀ ਦਾ ਵਿਨਾਸ਼ ਹੁੰਦਾ ਹੈ। ਹੋ ਸਕਦਾ ਹੈ ਬਹੁਤਿਆਂ ਨੂੰ ਸਾਖਸ਼ਾਤਕਾਰ ਵੀ ਹੋਣ। ਤੁਹਾਨੂੰ ਸੰਨਿਆਸੀਆਂ ਰਾਜਾਵਾਂ ਨੂੰ ਗਿਆਨ ਦੇਣਾ ਹੈ। ਬਹੁਤਿਆਂ ਨੂੰ ਪੈਗਾਮ ਮਿਲਣਾ ਹੈ। ਜਦੋਂ ਸੁਣਨਗੇ ਬੇਹੱਦ ਦਾ ਬਾਪ ਆਇਆ ਹੈ, ਉਹੀ ਸਦਗਤੀ ਦੇਣ ਵਾਲਾ ਹੈ, ਤਾਂ ਬਹੁਤ ਆਣਗੇ। ਹੁਣ ਅਖਬਾਰ ਵਿੱਚ ਇੰਨਾ ਦਿਲ ਪਸੰਦ ਕਾਇਦੇ ਮੁਜ਼ੀਜ਼ ਨਿਕਲਿਆ ਨਹੀਂ ਹੈ। ਕੋਈ ਨਿਕਲ ਪੈਣਗੇ, ਪੁੱਛਤਾਛ ਕਰਨਗੇ। ਬੱਚੇ ਸਮਝਦੇ ਨੇ ਅਸੀਂ ਸ਼੍ਰੀਮਤ ਤੇ ਸਤਯੁਗ ਦੀ ਸਥਾਪਨਾ ਕਰ ਰਹੇ ਹਾਂ। ਤੁਹਾਡੀ ਇਹ ਨਵੀਂ ਮਿਸ਼ਨ ਹੈ। ਤੁਸੀਂ ਹੋ ਈਸ਼ਵਰੀ ਮਿਸ਼ਨ ਦੇ ਈਸ਼ਵਰੀ ਭਾਤੀ। ਜਿਵੇਂ ਕ੍ਰਿਸ਼ਨ ਮਿਸ਼ਨ ਦੇ ਕ੍ਰਿਸ਼ਨ ਭਾਤੀ ਬਣ ਜਾਂਦੇ ਨੇ, ਤੁਸੀਂ ਹੋ ਈਸ਼ਵਰੀ ਭਾਤੀ। ਇਸ ਲਈ ਗਾਇਨ ਹੈ ਅਤੀ ਇੰਦਰੀय ਸੁਖ। ਗੋਪ ਗੋਪੀਆਂ ਤੋਂ ਪੁੱਛੋ ਜੋ ਆਤਮ ਅਭਿਮਾਨੀ ਬਣੇ ਨੇ। ਇੱਕ ਬਾਪ ਨੂੰ ਯਾਦ ਕਰਨਾ ਹੈ, ਦੂਜਾ ਨਾ ਕੋਈ। ਇਹ ਰਾਜਯੋਗ ਇੱਕ ਬਾਪ ਹੀ ਸਿਖਾਉਂਦੇ ਨੇ। ਉਹੀ ਗੀਤਾ ਦਾ ਭਗਵਾਨ ਹੈ। ਸਭ ਨੂੰ ਇਹੀ ਬਾਪ ਦਾ ਨਿਮੰਤਰਣ ਪੈਗਾਮ ਦੇਣਾ ਹੈ। ਬਾਕੀ ਸਭ ਗੱਲਾਂ ਨੇ ਗਿਆਨ ਸ਼ਿੰਗਾਰ। ਇਹ ਚਿੱਤਰ ਸਭ ਨੇ ਗਿਆਨ ਦਾ ਸ਼ਿੰਗਾਰ, ਨਾ ਕਿ ਭਗਤੀ ਦਾ। ਇਹ ਬਾਪ ਨੇ ਬੈਠ ਬਣਵਾਏ ਨੇ ਮਨੁੱਖਾਂ ਨੂੰ ਸਮਝਾਉਣ ਦੇ ਲਈ। ਇਹ ਚਿੱਤਰ ਆਦਿ ਤਾਂ ਪ੍ਰਾਇਲੋਪ ਹੋ ਜਾਣਗੇ। ਬਾਕੀ ਇਹ ਗਿਆਨ ਆਤਮਾ ਵਿੱਚ ਰਹਿ ਜਾਂਦਾ ਹੈ। ਬਾਪ ਨੂੰ ਇਹ ਗਿਆਨ ਹੈ, ਡਰਾਮਾ ਵਿੱਚ ਨੋਂਦ ਹੈ। ਤੁਸੀਂ ਹੁਣ ਭਗਤੀ ਮਾਰਗ ਪਾਸ ਕਰਕੇ ਗਿਆਨ ਮਾਰਗ ਵਿੱਚ ਆਏ ਹੋ। ਤੁਸੀਂ ਜਾਣਦੇ ਹੋ ਸਾਡੀ ਆਤਮਾ ਵਿੱਚ ਇਹ ਪਾਠ ਹੈ ਜੋ ਚੱਲ ਰਿਹਾ ਹੈ, ਨੂੰਦ ਸੀ ਜੋ ਫਿਰ ਤੋਂ ਅਸੀਂ ਰਾਜਯੋਗ ਸਿੱਖ ਰਹੇ ਹਾਂ। ਇੱਕ ਬਾਪ ਤੋਂ ਬਾਪ ਨੂੰ ਆ ਕੇ ਨੌਲੇਜ ਦੇਣੀ ਸੀ।
ਆਤਮਾ ਵਿੱਚ ਨੂੰਦ ਹੈ। ਉੱਥੇ ਜਾਏ ਪਹੁੰਚਾਂਗੇ, ਫਿਰ ਨਵੀਂ ਦੁਨੀਆ ਦਾ ਪਾਠ ਰਿਪੀਟ ਹੋਵੇਗਾ। ਆਤਮਾ ਦੇ ਸਾਰੇ ਰਿਕਾਰਡ ਨੂੰ ਇਸ ਸਮੇਂ ਤੁਸੀਂ ਸਮਝ ਗਏ ਹੋ, ਸ਼ੁਰੂ ਤੋਂ ਲੈ ਕੇ। ਫਿਰ ਇਹ ਸਭ ਬੰਦ ਹੋ ਜਾਣਗੇ। ਭਗਤੀ ਮਾਰਗ ਦਾ ਪਾਠ ਵੀ ਬੰਦ ਹੋ ਜਾਏਗਾ। ਫਿਰ ਜੋ ਤੁਹਾਡੀ ਐਕਟ ਸਤਜੁਗ ਵਿੱਚ ਚੱਲੀ ਹੋਏਗੀ ਉਹੀ ਚੱਲੇਗੀ। ਕੀ ਹੋਵੇਗਾ ਇਹ ਬਾਪ ਨਹੀਂ ਦੱਸਦੇ। ਜੋ ਕੁਝ ਹੋਇਆ ਹੋਵੇਗਾ ਉਹੀ ਹੋਵੇਗਾ। ਸਮਝਿਆ ਜਾਂਦਾ ਹੈ ਸਤਜੁਗ ਨਵੀਂ ਦੁਨੀਆ, ਜ਼ਰੂਰ ਉੱਥੇ ਸਭ ਕੁਝ ਨਵਾਂ ਸਤੋ ਪ੍ਰਧਾਨ ਸਸਤਾ ਹੋਵੇਗਾ। ਜੋ ਕੁਝ ਕਲ ਪਹਿਲੇ ਹੋਇਆ ਸੀ ਉਹੀ ਹੋਏਗਾ। ਵੇਖਦੇ ਹੋ ਇਹਨਾਂ ਲక్ష్ਮੀ ਨਾਰਾਇਣ ਨੂੰ ਕਿੰਨੇ ਸੁੱਖ ਨੇ। ਹੀਰੇ ਜਵਾਹਰਾਤ ਧਨ ਬਹੁਤ ਰਹਿੰਦਾ ਹੈ। ਧਨ ਹੈ ਤਾਂ ਸੁੱਖ ਵੀ ਹੈ। ਇੱਥੇ ਤੁਸੀਂ ਭੇਟ ਕਰ ਸਕਦੇ ਹੋ, ਉੱਥੇ ਨਹੀਂ ਕਰ ਸਕੋਗੇ। ਇੱਥੋਂ ਦੀਆਂ ਗੱਲਾਂ ਉੱਥੇ ਸਭ ਭੁੱਲ ਜਾਣਗੇ। ਇਹ ਹੈ ਨਵੀਆਂ ਗੱਲਾਂ ਜੋ ਬਾਪ ਹੀ ਬੱਚਿਆਂ ਨੂੰ ਸਮਝਾਉਂਦੇ ਨੇ। ਆਤਮਾਵਾਂ ਨੂੰ ਉੱਥੇ ਜਾਣਾ ਹੈ ਜਿੱਥੇ ਕਾਰੋਬਾਰ ਸਾਰੀ ਬੰਦ ਹੋ ਜਾਂਦੀ ਹੈ, ਹਿਸਾਬ ਕਿਤਾਬ ਚੁਕਤੂ ਹੁੰਦਾ ਹੈ, ਰਿਕਾਰਡ ਪੂਰਾ ਹੁੰਦਾ ਹੈ। ਇੱਕ ਹੀ ਰਿਕਾਰਡ ਬਹੁਤ ਵੱਡਾ ਹੈ ਕਹਿਣਗੇ। ਫਿਰ ਆਤਮਾ ਇੰਨੀ ਵੱਡੀ ਹੋਣੀ ਚਾਹੀਦੀ ਹੈ, ਪਰ ਨਹੀਂ, ਇੰਨੀ ਛੋਟੀ ਜਿਹੀ ਆਤਮਾ ਜਿਸ ਵਿੱਚ 84 ਜਨਮਾਂ ਦਾ ਪਾਠ ਹੈ। ਆਤਮਾ ਹੀ ਅਵਿਨਾਸ਼ੀ ਹੈ। ਇਹਨਾਂ ਨੂੰ ਸਿਰਫ ਵੰਡਰ ਕਹਾਂਗੇ। ਐਵੇਂ ਆਸ਼ਰਯਵਤ ਚੀਜ਼ ਕੋਈ ਹੋਰ ਹੋ ਨਾ ਸਕੇ। ਬਾਬਾ ਦੇ ਲਈ ਤਾਂ ਕਹਿੰਦੇ ਨੇ ਸਤਜੁਗ ਤ੍ਰੇਤਾ ਦੇ ਸਮੇਂ ਵਿਸ਼ਰਾਮ ਵਿੱਚ ਰਹਿੰਦੇ ਨੇ। ਅਸੀਂ ਤਾਂ ਆਲਰਾਊਂਡਰ ਪਾਠ ਵਜਾਉਂਦੇ ਹਾਂ। ਸਭ ਤੋਂ ਜਾਸਤੀ ਸਾਡਾ ਪਾਠ ਹੈ। ਬਾਪ ਵਰਸਾ ਵੀ ਉੱਚਾ ਦਿੰਦੇ ਨੇ, ਕਹਿੰਦੇ ਨੇ 84 ਜਨਮ ਵੀ ਤੁਸੀਂ ਲੈਂਦੇ ਹੋ। ਸਾਡਾ ਤਾਂ ਪਾਠ ਫਿਰ ਐਵੇਂ ਹੈ ਜੋ ਹੋਰ ਕੋਈ ਵਜਾ ਨਾ ਸਕੇ। ਵੰਡਰਫੁਲ ਗੱਲਾਂ ਨੇ ਨਾ, ਇਹ ਵੀ ਵੰਡਰ ਨੇ ਜੋ ਆਤਮਾਵਾਂ ਨੂੰ ਬਾਪ ਬੈਠ ਸਮਝਾਉਂਦੇ ਨੇ। ਆਤਮਾ ਮੇਲ ਫੀਮੇਲ ਨਹੀਂ, ਜਦੋਂ ਸਰੀਰ ਧਾਰਨ ਕਰਦੀ ਹੈ ਮੇਲ ਫੀਮੇਲ ਕਿਹਾ ਜਾਂਦਾ ਹੈ। ਆਤਮਾਵਾਂ ਤਾਂ ਸਭ ਬੱਚੇ ਨੇ, ਭਰਾ ਭਰਾ ਹੋ ਜਾਂਦੇ ਨੇ। ਭਰਾ ਭਰਾ ਹੈ ਤਾਂ ਜ਼ਰੂਰ ਵਰਸਾ ਪਾਉਣ ਦੇ ਲਈ। ਆਤਮਾ ਬਾਪ ਦਾ ਬੱਚਾ ਹੈ ਨਾ, ਵਰਸਾ ਲੈਂਦੇ ਨੇ ਬਾਪ ਤੋਂ, ਇਸ ਲਈ ਮੇਲ ਕਹਾਂਗੇ। ਸਭ ਆਤਮਾਵਾਂ ਦਾ ਹੱਕ ਹੈ ਇੱਕ ਬਾਪ ਤੋਂ ਵਰਸਾ ਲੈਣ ਦਾ। ਉਸ ਦੇ ਲਈ ਬਾਪ ਨੂੰ ਯਾਦ ਕਰਨਾ ਹੈ, ਆਪਣੇ ਆਪ ਨੂੰ ਆਤਮਾ ਸਮਝਣਾ ਹੈ। ਅਸੀਂ ਸਭ ਬ੍ਰਦਰਸ ਹਾਂ। ਆਤਮਾ ਆਤਮਾ ਹੀ ਹੈ, ਉਹ ਕਦੇ ਬਦਲਦੀ ਨਹੀਂ। ਬਾਕੀ ਸਰੀਰ ਕਦੇ ਮੇਲ ਦਾ ਕਦੇ ਫੀਮੇਲ ਦਾ ਲੈਂਦੀ ਹੈ। ਇਹ ਬਹੁਤ ਅਟਪਟੀਆਂ ਗੱਲਾਂ ਸਮਝਣ ਦੀਆਂ ਨੇ, ਹੋਰ ਕੋਈ ਵੀ ਸੁਣਾ ਨਾ ਸਕੇ ਬਾਪ ਤੋਂ, ਜਾਂ ਤੁਸੀਂ ਬੱਚਿਆਂ ਤੋਂ ਹੀ ਸੁਣ ਸਕਦੇ ਹੋ। ਬਾਪ ਤਾਂ ਤੁਹਾਨੂੰ ਬੱਚਿਆਂ ਨਾਲ ਗੱਲ ਕਰਦੇ ਨੇ। ਅੱਗੇ ਤਾਂ ਸਭ ਨਾਲ ਮਿਲਦੇ ਸੀ, ਸਭ ਨਾਲ ਗੱਲ ਕਰਦੇ ਸੀ। ਹੁਣ ਕਰਦੇ ਕਰਦੇ ਆਖਰੀਨ ਤਾਂ ਕੋਈ ਤਾਂ ਗੱਲ ਵੀ ਨਹੀਂ ਕਰਨਗੇ। ਸਨ ਸ਼ੋਜ਼ ਫਾਦਰ ਹੈ ਨਾ, ਬੱਚਿਆਂ ਨੇ ਹੀ ਪੜ੍ਹਾਉਣਾ ਹੈ। ਤੁਸੀਂ ਬੱਚੇ ਹੀ ਬੋਤਿਆਂ ਦੀ ਸਰਵਿਸ ਕਰਾਉਂਦੇ ਹੋ। ਬਾਬਾ ਸਮਝਦੇ ਨੇ ਇਹ ਬੋਤਿਆਂ ਨੂੰ ਆਪ ਸਮਾਨ ਬਣਾ ਕੇ ਲਿਆਂਦੇ ਨੇ। ਇਹ ਵੱਡਾ ਰਾਜਾ ਬਣਨਗੇ, ਛੋਟਾ ਰਾਜਾ ਬਣਨਗੇ। ਤੁਸੀਂ ਰੂਹਾਨੀ ਸੇਨਾ ਵੀ ਹੋ ਜੋ ਸਭ ਨੂੰ ਰਾਵਣ ਦੀਆਂ ਜੰਜੀਰਾਂ ਤੋਂ ਛੁਡਾ ਕੇ ਆਪਣੀ ਮਿਸ਼ਨ ਵਿੱਚ ਲੈ ਆਉਂਦੇ ਹੋ। ਜਿੰਨੀ ਜੋ ਸਰਵਿਸ ਕਰਦੇ ਨੇ ਉਨਾ ਫਲ ਮਿਲਦਾ ਹੈ। ਜਿਸਨੇ ਜਾਸਤੀ ਭਗਤੀ ਕੀਤੀ ਉਹੀ ਜਾਸਤੀ ਹੁਸ਼ਿਆਰ ਹੋ ਜਾਂਦੇ ਨੇ, ਵਰਸਾ ਲੈ ਲੈਂਦੇ ਨੇ। ਇਹ ਪੜ੍ਹਾਈ ਹੈ। ਚੰਗੀ ਤਰ੍ਹਾਂ ਪੜ੍ਹਾਈ ਨਹੀਂ ਕੀਤੀ ਤਾਂ ਫੇਲ ਹੋ ਜਾਓਗੇ। ਪੜ੍ਹਾਈ ਬੜੀ ਸਹਿਜ ਹੈ, ਸਮਝਣਾ ਤੇ ਸਮਝਾਉਣਾ ਵੀ ਸਹਿਜ ਹੈ। ਡਿਫਿਕਲਟੀ ਦੀ ਕੋਈ ਗੱਲ ਨਹੀਂ। ਪਰ ਰਾਜਧਾਨੀ ਸਥਾਪਨ ਹੋਣੀ ਹੈ, ਉਸ ਵਿੱਚ ਸਭ ਚਾਹੀਦਾ ਹੈ ਨਾ, ਪੁਰਸ਼ਾਰਥ ਕਰਨਾ ਹੈ। ਉਹਨਾਂ ਵਿੱਚ ਆਖਿਰ ਅਸੀਂ ਉੱਚ ਪਦਵੀ ਪਾਈਏ। ਮ੍ਰਿਤੂ ਲੋਕ ਤੋਂ ਟ੍ਰਾਂਸਫਰ ਹੋ ਕੇ ਅਮਰ ਲੋਕ ਵਿੱਚ ਜਾਣਾ ਹੈ। ਜਿੰਨਾ ਪੜੋਗੇ ਉਹਨਾਂ ਅਮਰਪੁਰੀ ਵਿੱਚ ਉੱਚ ਪਦ ਪਾਓਗੇ। ਬਾਪ ਨੂੰ ਪਿਆਰ ਵੀ ਕਰਨਾ ਹੁੰਦਾ ਹੈ, ਕਿਉਂਕਿ ਹੈ ਬਹੁਤ ਪਿਆਰੇ ਤੇ ਪਿਆਰੀ ਵਸਤੂ, ਪਿਆਰ ਦਾ ਸਾਗਰ ਹੈ। ਇੱਕ ਰਸ ਪਿਆਰ ਤਾਂ ਹੋ ਨਾ ਸਕੇ। ਕੋਈ ਯਾਦ ਕਰਦੇ ਨੇ ਇਹ ਯੂਨੀਵਰਸਿਟੀ ਹੈ, ਇਹ ਸਪਿਰਿਚੁਅਲ ਪੜ੍ਹਾਈ ਹੈ। ਅਜਿਹੇ ਚਿੱਤਰ ਹੋਰ ਕਿਸੇ ਸਕੂਲ ਵਿੱਚ ਵਿਖਾਏ ਨਹੀਂ ਜਾਂਦੇ। ਦਿਨ ਪ੍ਰਤੀ ਦਿਨ ਹੋਰ ਵੀ ਚਿੱਤਰ ਨਿਕਲਦੇ ਰਹਿਣਗੇ ਜੋ ਮਨੁੱਖ ਵੇਖਣ ਨਾਲ ਸਮਝ ਜਾਣਗੇ। ਸੀੜੀ ਹੈ ਬਹੁਤ ਚੰਗੀ, ਪਰ ਦੇਵਤਾ ਧਰਮ ਦਾ ਨਹੀਂ ਹੋਵੇਗਾ, ਉਹਨਾਂ ਨੂੰ ਸਮਝ ਵਿੱਚ ਨਹੀਂ ਆਏਗਾ। ਜੋ ਇਸ ਸਕੂਲ ਦਾ ਹੋਵੇਗਾ ਉਹਨਾਂ ਨੂੰ ਤੀਰ ਲੱਗੇਗਾ। ਜੋ ਸਾਡੇ ਦੇਵਤਾ ਧਰਮ ਦੇ ਪੱਤੇ ਹੋਣਗੇ ਉਹੀ ਆਣਗੇ। ਤੁਹਾਨੂੰ ਫੀਲ ਹੋਏਗਾ ਇਹ ਤਾਂ ਬੜੀ ਰੁਚੀ ਨਾਲ ਸੁਣ ਰਹੇ ਨੇ। ਕੋਈ ਤਾਂ ਐਵੇਂ ਹੀ ਚਲੇ ਜਾਣਗੇ। ਦਿਨ ਪ੍ਰਤੀ ਦਿਨ ਨਵੀਆਂ ਨਵੀਆਂ ਗੱਲਾਂ ਵੀ ਬੱਚਿਆਂ ਨੂੰ ਸਮਝਾਉਂਦੇ ਰਹਿੰਦੇ ਨੇ। ਸਰਵਿਸ ਦਾ ਬਹੁਤ ਸ਼ੌਂਕ ਚਾਹੀਦਾ ਹੈ। ਜੋ ਸਰਵਿਸ ਤੇ ਤਤਪਰ ਹੋਣਗੇ ਉਹੀ ਦਿਲ ਤੇ ਚੜਨਗੇ, ਤਖਤ ਤੇ ਚੜਨਗੇ। ਅੱਗੇ ਚੱਲ ਤੁਹਾਨੂੰ ਸਾਖਸ਼ਾਤਕਾਰ ਹੁੰਦੇ ਰਹਿਣਗੇ।
ਉਸ ਖੁਸ਼ੀ ਵਿੱਚ ਤੁਸੀਂ ਰਹੋਗੇ। ਦੁਨੀਆ ਵਿੱਚ ਹਾਹਾਕਾਰ ਤਾਂ ਬਹੁਤ ਹੋਣਾ ਹੈ। ਖੂਨ ਦੀਆਂ ਨਦੀਆਂ ਵੀ ਵਹਿਣੀਆਂ ਨੇ। ਬਹਾਦੁਰ ਸਰਵਿਸ ਵਾਲੇ ਕਦੇ ਭੁੱਖੇ ਨਹੀਂ ਮਰਨਗੇ। ਪਰ ਇੱਥੇ ਤਾਂ ਤੁਸੀਂ ਵਣਵਾਸ ਵਿੱਚ ਰਹਿਣਾ ਹੈ। ਸੁੱਖ ਉੱਥੇ ਮਿਲੇਗਾ। ਕੰਨਿਆ ਨੂੰ ਵਨਵਾ ਵਿੱਚ ਬਿਠਾਉਂਦੇ ਨੇ ਨਾ। ਸਸੁਰ ਘਰ ਜਾ ਕੇ ਖੂਬ ਪਾਣਾ। ਤੁਸੀਂ ਵੀ ਸਸੁਰ ਘਰ ਜਾਂਦੇ ਹੋ। ਉਹ ਨਸ਼ਾ ਰਹਿੰਦਾ ਹੈ। ਉਹ ਹੈ ਹੀ ਸੁਖਦਾਮ। ਅੱਛਾ, ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁਕਤਸਾਰ। ਪਹਿਲੀ ਧਾਰਨਾ ਹੈ ਮਾਲਾ ਵਿੱਚ ਪਿਰੋਣ ਦੇ ਲਈ ਦੇਹੀ ਅਭਿਮਾਨੀਪਨ ਤੀਵਰ ਵੇਗ ਨਾਲ ਯਾਦ ਦੀ ਯਾਤਰਾ ਕਰਨੀ ਹੈ। ਬਾਪ ਦੇ ਫਰਮਾਨ ਤੇ ਚੱਲ ਪਾਵਨ ਬਣਨਾ ਹੈ। ਦੂਜਾ, ਬਾਪ ਦਾ ਪਰਿਚੈ। ਬਹੁਤਿਆਂ ਨੂੰ ਆਪ ਸਮਾਨ ਬਣਾਉਣ ਦੀ ਸੇਵਾ ਕਰਨੀ ਹੈ। ਇੱਥੇ ਵਨਵਾ ਵਿੱਚ ਰਹਿਣਾ ਹੈ। ਅੰਤਿਮ ਹਾਹਾਕਾਰ ਦੀ ਸੀਨ ਵੇਖਣ ਦੇ ਲਈ ਮਹਾਵੀਰ ਬਣਨਾ ਹੈ। ਵਰਦਾਨ ਹੈ ਹਰ ਕਰਮ ਵਿੱਚ ਫਾਲੋ ਫਾਦਰ ਕਰ। ਸਨੇਹ ਦਾ ਰਿਸਪੌਂਸ ਦੇਣ ਵਾਲੇ ਤੀਵਰ ਪੁਰਸ਼ਾਰਥੀ ਭਵ। ਹਰ ਕਰਮ ਵਿੱਚ ਫਾਲੋ ਫਾਦਰ ਕਰ। ਸਨੇਹ ਦਾ ਰਿਸਪੌਂਸ ਦੇਣ ਵਾਲੇ ਤੀਵਰ ਪੁਰਸ਼ਾਰਥੀ ਭਵ। ਜਿਸ ਨਾਲ ਸਨੇਹ ਹੁੰਦਾ ਹੈ ਉਸ ਨੂੰ ਆਟੋਮੈਟਿਕਲੀ ਫਾਲੋ ਕਰਨਾ ਹੁੰਦਾ ਹੈ। ਹਮੇਸ਼ਾ ਯਾਦ ਰਹੇ ਇਹ ਕਰਮ ਜੋ ਕਰ ਰਹੇ ਹਾਂ ਇਹ ਫਾਲੋ ਫਾਦਰ ਹੈ। ਜੇਕਰ ਨਹੀਂ ਤਾਂ ਸਟਾਪ ਕਰ ਦਿਓ। ਬਾਪ ਨੂੰ ਕਾਪੀ ਕਰਦੇ ਬਾਪ ਸਮਾਨ ਬਣੋ। ਕਾਪੀ ਕਰਨ ਦੇ ਲਈ ਜਿਵੇਂ ਕਾਰਬਨ ਪੇਪਰ ਪਾਉਂਦੇ ਨੇ ਉਵੇਂ ਅਟੈਂਸ਼ਨ ਦਾ ਪੇਪਰ ਪਾਓ ਤਾਂ ਕਾਪੀ ਹੋ ਜਾਵੇਗਾ। ਕਿਉਂਕਿ ਹੁਣ ਵੀ ਤੀਵਰ ਪੁਰਸ਼ਾਰਥੀ ਬਣ ਖੁਦ ਨੂੰ ਹਰ ਸ਼ਕਤੀ ਨਾਲ ਸੰਪੰਨ ਬਣਾਉਣ ਦਾ ਸਮਾਂ ਹੈ। ਜੇ ਖੁਦ ਨੂੰ ਖੁਦ ਸੰਪੰਨ ਨਹੀਂ ਕਰ ਸਕਦੇ ਤਾਂ ਸਹਿਯੋਗ ਲਓ, ਨਹੀਂ ਤਾਂ ਅੱਗੇ ਚੱਲ ਕੇ ਟੂ ਲੇਟ ਹੋ ਜਾਓਗੇ। ਸਲੋਗਨ ਹੈ ਸੰਤੁਸ਼ਟਤਾ ਦਾ ਫਲ ਪ੍ਰਸੰਨਤਾ ਹੈ। ਪ੍ਰਸੰਨ ਚਿੱਤ ਬਣਨ ਨਾਲ ਪ੍ਰਸ਼ਨ ਸਮਾਪਤ ਹੋ ਜਾਂਦੇ ਨੇ। ਸੰਤੁਸ਼ਟਤਾ ਦਾ ਫਲ ਪ੍ਰਸੰਨਤਾ ਹੈ। ਪ੍ਰਸੰਨ ਚਿੱਤ ਬਣਨ ਨਾਲ ਪ੍ਰਸੰਨ ਚਿੱਤ ਬਣਨ ਨਾਲ ਪ੍ਰਸ਼ਨ ਸਮਾਪਤ ਹੋ ਜਾਂਦੇ ਨੇ। ਅੱਛਾ, ਓਮ ਸ਼ਾਂਤੀ।